ਪਿਆਰੇ ਬੱਚਿਓ, ਅੱਜ ਆਪਾਂ ਇੱਕ ਐਕਟੀਵਿਟੀ ਰਾਹੀਂ ਵੇਟ ਤੇ ਨਾਰਮਲ ਰਿਐਕਸ਼ਨ ਦੇ ਰਿਲੇਸ਼ਨ ਨੂੰ ਸਮਝਾਂਗੇ। ਇਸ ਐਕਟੀਵਿਟੀ ਨੂੰ ਪਰਫਾਰਮ ਕਰਨ ਦੇ ਲਈ ਸਾਨੂੰ ਇੱਕ ਵੇਇੰਗ ਮਸ਼ੀਨ ਦੀ ਲੋੜ ਹੈ। ਇੱਕ ਡੀ ਲਈ ਹੈ ਅਸੀਂ ਐਂਗਲ ਦੇਖਣ ਦੇ ਲਈ, ਔਰ ਇੱਕ ਆਬਜੈਕਟ ਲੈਣਾ ਹੈ ਜਿਸ ਦਾ ਅਸੀਂ ਵੇਟ ਇੱਥੇ ਮੈਜ਼ਰ ਕਰਨਾ ਹੈ। ਔਰ ਇਸ ਐਕਟੀਵਿਟੀ ਦੇ ਵਿੱਚ ਮੈਂ ਜੋ ਆਬਜੈਕਟ ਲਿਆ ਹੈ ਉਹ ਇੱਕ ਨੋਟਬੁੱਕ ਹੈ। ਸਭ ਤੋਂ ਪਹਿਲਾਂ ਅਸੀਂ ਵੇਇੰਗ ਮਸ਼ੀਨ ਦੀ ਰੀਡਿੰਗ ਜਿਹੜੀ ਹੈ ਉਸਨੂੰ 0 ਤੇ ਸੈੱਟ ਕਰ ਲਵਾਂਗੇ। ਦੈਨ ਮੈਂ ਹੌਰੀਜ਼ੋਂਟਲ ਸਿਚੁਏਸ਼ਨ ਦੇ ਵਿੱਚ ਵੇਇੰਗ ਮਸ਼ੀਨ ਨੂੰ ਰੱਖ ਕੇ ਉਸ ਦੇ ਉੱਪਰ ਇੱਕ ਆਬਜੈਕਟ ਰੱਖਿਆ ਜੋ ਕਿ ਨੋਟਬੁੱਕ ਹੈ, ਜਿਸ ਦੀ ਰੀਡਿੰਗ 257 ਗ੍ਰਾਮ ਆ ਰਹੀ ਹੈ। ਤਾਂ ਅਸੀਂ ਕੀ ਦੇਖਿਆ ਕਿ ਇਸ ਐਕਟੀਵਿਟੀ ਦੇ ਵਿੱਚ ਜੋ ਵੇਇੰਗ ਮਸ਼ੀਨ ਹੈ ਉਸਨੂੰ ਅਸੀਂ ਇੱਕ ਟੇਬਲ ਦੇ ਉੱਪਰ ਰੱਖਿਆ ਹੈ, हॉरिजॉन्टल सरफेस ਦੇ ਉੱਪਰ। ਇਹਦਾ ਮਤਲਬ ਇਹ ਹੈ ਕਿ ਜੋ ਵੇਇੰਗ ਮਸ਼ੀਨ ਹੈ ਉਹ ਕਿਸੇ ਵੀ ਐਂਗਲ ਤੇ ਟਿਲਟ ਨਹੀਂ ਹੈ, ਉਸ ਦਾ ਸਰਫੇਸ ਹੌਰੀਜ਼ੋਂਟਲ ਹੈ। ਜਦੋਂ ਅਸੀਂ ਹੌਰੀਜ਼ੋਂਟਲ ਸਰਫੇਸ ਦੇ ਉੱਪਰ ਆਪਣੀ ਨੋਟਬੁੱਕ ਨੂੰ ਰੱਖਿਆ ਤਾਂ ਅਸੀਂ ਕੀ ਦੇਖਦੇ ਹਾਂ ਕਿ ਨੋਟਬੁੱਕ ਦਾ ਜੋ ਵੇਟ ਹੈ ਉਹ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਐਕਟ ਕਰੇਗਾ, ਔਰ ਜੋ ਨਾਰਮਲ ਰਿਐਕਸ਼ਨ ਹੈ ਉਹ ਪਰਪੈਂਡੀਕੂਲਰ ਟੂ ਦਾ ਸਰਫੇਸ ਹੋਏਗੀ। ਔਰ ਇਸ ਕੇਸ ਦੇ ਵਿੱਚ ਵੇਟ ਤੇ ਨਾਰਮਲ ਰਿਐਕਸ਼ਨ ਇਕੁਅਲ ਹੋਣਗੀਆਂ ਤੇ ਇਸ ਦੀ ਵੈਲਿਊ ਜੋ ਹੈ ਉਹ 257 ਗ੍ਰਾਮ ਆ ਰਹੀ ਹੈ। ਤਾਂ ਨੈਕਸਟ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਅਸੀਂ ਵੇਇੰਗ ਮਸ਼ੀਨ ਨੂੰ ਕਿਸੇ ਐਂਗਲ ਦੇ ਉੱਪਰ ਟਿਲਟ ਕੀਤਾ ਤਾਂ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਜੋ ਨਾਰਮਲ ਰਿਐਕਸ਼ਨ ਹੈ ਉਸ ਦੀ ਰੀਡਿੰਗ ਡਿਫਰੈਂਟ ਆਏਗੀ। ਤਾਂ ਸਭ ਤੋਂ ਪਹਿਲਾਂ ਮੈਂ ਵੇਇੰਗ ਮਸ਼ੀਨ ਨੂੰ 14 ਡਿਗਰੀ ਦੇ ਐਂਗਲ ਦੇ ਉੱਪਰ ਟਿਲਟ ਕੀਤਾ। ਐਂਗਲ ਦੇ ਉੱਪਰ ਟਿਲਟ ਕਰਨ ਦੇ ਲਈ ਮੈਂ ਇੱਕ ਬੁੱਕ ਦੇ ਨਾਲ ਵੇਇੰਗ ਮਸ਼ੀਨ ਨੂੰ ਸਪੋਰਟ ਦਿੱਤੀ ਹੈ। ਸਭ ਤੋਂ ਪਹਿਲਾਂ ਵੇਇੰਗ ਮਸ਼ੀਨ ਦੀ ਰੀਡਿੰਗ ਜਿਹੜੀ ਹੈ ਉਹ 0 ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਸੈੱਟ ਕਰ ਲਿਆ। ਦੈਨ ਮੈਂ ਸੇਮ ਆਬਜੈਕਟ ਜਿਹੜਾ ਕਿ ਅਸੀਂ ਪਹਿਲਾਂ ਲਿਆ ਸੀ ਉਹੀ ਨੋਟਬੁੱਕ ਦਾ ਮੈਂ ਵੇਟ ਜੋ ਹੈ ਉਹ ਮੈਜ਼ਰ ਕੀਤਾ, ਔਰ ਇਸ ਕੇਸ ਦੇ ਵਿੱਚ ਜੋ ਇਹਦਾ ਵੇਟ ਹੈ ਉਹ 249.1 ਗ੍ਰਾਮ ਆ ਰਿਹਾ ਹੈ। ਤਾਂ ਅਸੀਂ ਇੱਥੋਂ ਕੀ ਸਮਝਦੇ ਹਾਂ ਕਿ ਜਦੋਂ ਅਸੀਂ ਆਬਜੈਕਟ ਨੂੰ ਇਨਕਲਾਈਨਡ ਸਰਫੇਸ ਦੇ ਉੱਪਰ ਰੱਖਿਆ, ਇਨਕਲਾਈਨਡ ਜਿਹਦੀ ਇਨਕਲੀਨੇਸ਼ਨ 14 ਡਿਗਰੀ ਹੈ, ਤਾਂ ਅਸੀਂ ਕੀ ਦੇਖਿਆ ਕਿ ਜੋ ਇਹ ਨੋਟਬੁੱਕ ਹੈ ਜਦੋਂ ਇਨਕਲਾਈਨਡ ਸਰਫੇਸ ਦੇ ਉੱਪਰ ਹੈ ਤਾਂ ਇਸ ਕੇਸ ਦੇ ਵਿੱਚ ਜੋ ਇਸ ਦਾ ਵੇਟ ਹੈ ਉਹ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਹੋਏਗਾ, ਔਰ ਜੋ ਨਾਰਮਲ ਰਿਐਕਸ਼ਨ ਹੈ ਉਹ ਪਰਪੈਂਡੀਕੂਲਰ ਟੂ ਦਾ ਸਰਫੇਸ ਹੈ, ਪਰਪੈਂਡੀਕੂਲਰ ਟੂ ਦਾ ਇਨਕਲਾਈਨਡ ਸਰਫੇਸ। ਸੋ ਮੈਂ ਇੱਥੇ ਕੀ ਕਰਾਂਗੀ ਕਿ ਜੋ ਨਾਰਮਲ ਰਿਐਕਸ਼ਨ ਹੈ ਉਸ ਤੇ ਰੈਕਟੈਂਗੂਲਰ ਕੰਪੋਨੈਂਟਸ ਡਿਵਾਈਡ ਕਰ ਲਵਾਂਗੇ। ਤਾਂ ਅਸੀਂ ਕੀ ਦੇਖਦੇ ਹਾਂ ਕਿ ਆਰ ਕਾਸ ਥੀਟਾ ਕੰਪੋਨੈਂਟ ਜੋ ਆ ਰਿਹਾ ਹੈ ਉਹ ਵੇਟ ਦੇ ਆਪੋਜ਼ਿਟ ਆ ਰਿਹਾ ਹੈ, ਔਰ ਆਰ ਸਾਈਨ ਥੀਟਾ ਜੋ ਹੈ ਦੈਟ ਇਜ਼ ਦ ਸੈਕਿੰਡ ਰੈਕਟੈਂਗੂਲਰ ਕੰਪੋਨੈਂਟ। ਔਰ ਇਸ ਕੇਸ ਦੇ ਵਿੱਚ ਵੇਟ ਦੇ ਐਗਜ਼ੈਕਟਲੀ ਆਪੋਜ਼ਿਟ ਜੋ ਹੈ ਆਰ ਕਾਸ ਥੀਟਾ ਆ ਰਿਹਾ ਹੈ। ਸੋ ਇਸ ਦਾ ਮਤਲਬ ਇਹ ਹੈ ਕਿ ਇੱਥੇ ਵੇਟ ਦੀ ਵੈਲਿਊ ਆਰ ਕਾਸ ਥੀਟਾ ਦੇ ਇਕੁਅਲ ਹੋਣੀ ਚਾਹੀਦੀ ਹੈ। ਸੋ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਆਪਣੇ ਕੋਲ ਇਹ ਰੀਡਿੰਗ ਕਿੰਨੀ ਆਉਣੀ ਚਾਹੀਦੀ ਹੈ। ਤਾਂ ਅਸੀਂ ਕੀ ਦੇਖਿਆ, ਵੇਟ ਇਜ਼ ਇਕੁਅਲ ਟੂ ਆਰ ਕਾਸ ਥੀਟਾ। ਆਰ ਦੀ ਵੈਲਿਊ ਇੱਥੇ ਆਪਾਂ 257 ਲਵਾਂਗੇ ਇਨਟੂ ਕਾਸ ਆਫ 14 ਡਿਗਰੀ। ਤਾਂ ਅਸੀਂ ਕੀ ਦੇਖਿਆ ਕਿ ਜੋ ਵੇਟ ਹੈ ਉਹ 249.3 ਗ੍ਰਾਮ ਆਉਣਾ ਚਾਹੀਦਾ ਸੀ, ਬਟ ਐਕਸਪੈਰੀਮੈਂਟਲੀ ਅਸੀਂ ਦੇਖਿਆ ਕਿ ਜੋ ਵੇਟ ਹੈ 249.1 ਗ੍ਰਾਮ ਆ ਰਿਹਾ ਹੈ। ਸੋ ਥਿਓਰੈਟੀਕਲ ਅਤੇ ਐਕਸਪੈਰੀਮੈਂਟਲ ਵੈਲਿਊ ਜੋ ਨੇ ਉਹ ਇੱਕ ਦੂਸਰੇ ਦੇ ਕਲੋਜ਼ ਹਨ।